ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਹਾਂ ਨਵਨੀਤ ਤੇ ਫਤਿਹ ਐਡੂਕਾਮ ਤੇ ਤੁਹਾਡਾ ਸਵਾਗਤ ਕਰਦੀ ਹਾਂ। ਸੋ ਜਿਵੇਂ ਕਿ ਆਪਾਂ ਡਿਸਕਸ ਕੀਤਾ ਸੀਗਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਜਿੰਨੇ ਵੀ ਕੁਐਸਚਨਸ ਆਏ ਨੇ ਪ੍ਰੀਵੀਅਸ ਈਅਰ ਦੇ 2016 ਤੋਂ ਲੈ ਕੇ 23 ਤੱਕ ਦੇ ਜਿੰਨੇ ਵੀ ਕੁਐਸਚਨਸ ਨੇ ਆਪਾਂ ਡਿਸਕਸ ਕਰਾਂਗੇ, ਲੇਕਿਨ ਆਪਾਂ ਉਹਨਾਂ ਨੂੰ ਸਬਜੈਕਟ ਵਾਈਜ਼ ਜਿਹੜਾ ਸੌਰਟ ਕਰ ਲਿਆ ਆ, ਠੀਕ ਹੈ, ਤੇ ਆਪਾਂ ਹੁਣ ਉਹਨਾਂ ਨੂੰ ਸਬਜੈਕਟ ਵਾਈਜ਼ ਹੀ ਡਿਸਕਸ ਕਰਾਂਗੇ। ਇਹ ਸਾਰੇ ਕੁਐਸਚਨਸ ਜਿਹੜੇ ਆ ਕਾਫੀ ਵਿੱਚੋਂ ਰਿਪੀਟ ਵੀ ਹੁੰਦੇ ਨੇ ਡਿਫਰੈਂਟ ਐਗਜ਼ਾਮਸ ਦੇ ਵਿੱਚ, ਤੇ ਗਰੁੱਪ ਬੀ ਦੀਆਂ ਤੇ ਗਰੁੱਪ ਏ ਦੀਆਂ ਜਿੰਨੀਆਂ ਵੀ ਪੋਸਟਾਂ ਨੇ ਉਹਨਾਂ ਲਈ ਇਹ ਕੁਐਸਚਨਸ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਆਲਦੋ ਕਿ ਗਰੁੱਪ ਬੀ ਦਾ ਜਿਹੜਾ ਐਗਜ਼ਾਮ ਹੈ ਉਹ PSSB ਕੰਡਕਟ ਕਰੂਗਾ, ਬਟ ਫਿਰ ਵੀ ਜਿਹੜਾ ਮਤਲਬ ਕੁਐਸਚਨਸ ਦਾ ਲੈਵਲ ਹੈ ਉਹ ਚੇਂਜ ਨਹੀਂ ਹੋਏਗਾ, ਠੀਕ ਹੈ। ਸੋ ਸਟਾਰਟ ਕਰਦੇ ਹਾਂ। ਸੋ 2016 ਤੋਂ ਆਪਾਂ ਸਟਾਰਟ ਕਰਾਂਗੇ ਪੋਲਿਟੀ, ਠੀਕ ਹੈ। ਜਦੋਂ ਹੀ ਪੋਲਿਟੀ ਖਤਮ ਹੋ ਜਾਏਗੀ 23 ਤੱਕ ਦੀ, ਉਸ ਤੋਂ ਬਾਅਦ ਅਸੀਂ ਮੂਵ ਔਨ ਕਰਾਂਗੇ ਹਿਸਟਰੀ ਵੱਲ, ਏਂਸ਼ੀਅੰਟ, ਮਿਡੀਵਲ, ਮਾਡਰਨ ਹਿਸਟਰੀ, ਫਿਰ ਉਸ ਤੋਂ ਬਾਅਦ ਵਰਲਡ ਹਿਸਟਰੀ, ਫਿਰ ਉਸ ਤੋਂ ਬਾਅਦ ਸਾਇੰਸ ਐਂਡ ਟੈਕਨੋਲੋਜੀ, ਇਨਵਾਇਰਮੈਂਟ, ਜਿਓਗ੍ਰਾਫੀ ਐਂਡ ਪੰਜਾਬ GK, ਠੀਕ ਹੈ ਜੀ। ਸੋ ਫਸਟ ਕੁਐਸਚਨ ਅੱਜ ਦਾ ਹੈਗਾ, ਦ ਇੰਸਪੀਰੇਸ਼ਨ ਆਫ ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ ਵਾਜ਼ ਡਿਰਾਈਵਡ ਫਰੋਮ। ਸੋ ਇਹ ਡਿਰਾਈਵ ਕੀਤਾ ਗਿਆ ਫ੍ਰੈਂਚ ਰੈਵੋਲਿਊਸ਼ਨ ਤੋਂ, ਠੀਕ ਹੈ ਜੀ। ਫਸਟ ਕੁਐਸਚਨ ਦਾ ਆਂਸਰ ਹੈ ਫ੍ਰੈਂਚ ਰੈਵੋਲਿਊਸ਼ਨ। ਨੈਕਸਟ ਕੁਐਸਚਨ ਹੈ, ਵਿਚ ਵਨ ਆਫ ਦ ਫੋਲੋਇੰਗ ਡਿਸਕ੍ਰਾਈਬ ਇੰਡੀਆ ਐਜ਼ ਅ ਸੈਕੂਲਰ ਸਟੇਟ। ਸੋ ਜੇਕਰ ਆਪਾਂ ਆਪਣੇ ਕੌਨਸਟੀਟਿਊਸ਼ਨ ਦੀ ਪ੍ਰੀਐਂਬਲ ਨੂੰ ਰੀਡ ਕਰੀਏ, ਪ੍ਰੀਐਂਬਲ ਆਫ ਦ ਕੌਨਸਟੀਟਿਊਸ਼ਨ ਦਾ ਆਂਸਰ ਹੈ। ਸੋ ਉਹਦੇ ਵਿੱਚ ਜਿਹੜਾ ਇੰਡੀਆ ਨੂੰ ਡਿਕਲੇਅਰ ਕੀਤਾ ਹੋਇਆ ਹੈ ਸੋਵਰਨ, ਸੋਸ਼ਲਿਸਟ, ਸੈਕੂਲਰ ਐਂਡ ਡੈਮੋਕ੍ਰੈਟਿਕ ਰਿਪਬਲਿਕ, ਠੀਕ ਹੈ ਜੀ। ਸੋ ਥਰਡ ਕੁਐਸਚਨ ਹੈਗਾ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਰਾਈਟ। ਸੋ ਫੰਡਾਮੈਂਟਲ ਰਾਈਟ ਜਿਹੜੀ ਇਹਦੇ ਵਿੱਚ ਨਹੀਂ ਹੈਗੀ ਉਹ ਹੈਗੀ ਆ ਰਾਈਟ ਟੂ ਪ੍ਰੋਪਰਟੀ, ਠੀਕ ਹੈ, ਨਾਟ। ਸੋ ਬਾਈ 44th ਕੌਨਸਟੀਟਿਊਸ਼ਨਲ ਅਮੈਂਡਮੈਂਟ ਜਿਹੜੀ ਰਾਈਟ ਟੂ ਪ੍ਰੋਪਰਟੀ ਆ ਇਹਨੂੰ ਫੰਡਾਮੈਂਟਲ ਰਾਈਟ ਐਜ਼ ਅ ਰਿਮੂਵ ਕਰ ਦਿੱਤਾ ਗਿਆ ਸੀਗਾ, ਤੇ ਇਸ ਦੀ ਜਗ੍ਹਾ ਤੇ ਇੱਕ ਨਵੀਂ ਪ੍ਰੋਵੀਜ਼ਨ ਕੌਨਸਟੀਟਿਊਸ਼ਨ ਦੇ ਵਿੱਚ ਆਰਟੀਕਲ 300A ਦੇ ਅੰਡਰ, ਠੀਕ ਹੈ, ਵੀ ਕਈ ਵਾਰੀ ਪੁੱਛ ਲੈਂਦੇ ਹੁੰਦੇ ਆ, ਆਰਟੀਕਲ 300A ਦੇ ਅੰਡਰ ਪ੍ਰੋਵੀਜ਼ਨ ਜਿਹੜੀ ਹੈ ਪਾ ਦਿੱਤੀ ਗਈ ਸੀਗੀ, ਤੇ ਇਹਨੂੰ ਇੱਕ ਕੌਨਸਟੀਟਿਊਸ਼ਨਲ ਰਾਈਟ ਬਣਾ ਦਿੱਤਾ ਗਿਆ ਸੀਗਾ, ਠੀਕ ਹੈ। So according to Article 300A of Indian Constitution, the right to property states that no one has the authority to deprive a person of his or her immovable property apart from the state government. ਨੈਕਸਟ ਕੁਐਸਚਨ ਹੈਗਾ, ਹੂ ਅਮੰਗ ਦਾ ਫੋਲੋਇੰਗ ਇਜ਼ ਨਾਟ ਅਪਾਇੰਟਡ ਬਾਈ ਪ੍ਰੈਜ਼ੀਡੈਂਟ ਆਫ ਇੰਡੀਆ। ਸੋ ਵਾਈਸ ਪ੍ਰੈਜ਼ੀਡੈਂਟ ਜਿਹੜੇ ਆ ਇਹਦੇ ਵਿੱਚੋਂ ਆਂਸਰ ਆਏਗਾ ਆਪਸ਼ਨ ਡੀ, ਠੀਕ ਹੈ, ਨਾਟ ਅਪਾਇੰਟਡ ਬਾਈ ਆ। ਸੋ ਜਿਹੜੇ ਅਗਰ ਆਪਾਂ ਆਰਟੀਕਲ 63 ਰੀਡ ਕਰੀਏ ਤੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੁੰਦੇ ਆ, ਹੀ ਇਜ਼ ਇਲੈਕਟਿਡ ਬਾਈ ਇਲੈਕਟੋਰਲ ਕਾਲਜ ਕੰਸਿਸਟਿੰਗ ਆਫ ਮੈਂਬਰਸ ਆਫ ਬੋਥ ਦੀ ਹਾਊਸਿਸ ਆਫ ਪਾਰਲੀਮੈਂਟ ਇਨ ਅਕੋਰਡੈਂਸ ਵਿਦ ਸਿਸਟਮ ਆਫ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਬਾਈ ਮੀਨਸ ਆਫ ਸਿੰਗਲ ਟ੍ਰਾਂਸਫਰੇਬਲ ਵੋਟ ਐਂਡ ਵੋਟਿੰਗ ਇਜ਼ ਸੱਚ ਇਲੈਕਸ਼ਨ ਡਨ ਬਾਈ ਅ ਸੀਕ੍ਰੇਟ ਬੈਲਟ, ਠੀਕ ਹੈ। ਜਿਵੇਂ ਪ੍ਰੈਜ਼ੀਡੈਂਟ ਇਲੈਕਸ਼ਨ ਹੁੰਦੀ ਆ ਉਵੇਂ ਹੀ ਵਾਈਸ ਪ੍ਰੈਜ਼ੀਡੈਂਟ ਇਲੈਕਸ਼ਨ ਹੁੰਦੀ ਆ। ਨੈਕਸਟ ਹੈਗਾ, ਹੂ ਇਜ਼ ਦਾ ਚੇਅਰਪਰਸਨ ਆਫ ਲੋਕ ਸਭਾ। ਸੋ ਲੋਕ ਸਭਾ ਦਾ ਜਿਹੜਾ ਚੇਅਰਪਰਸਨ ਹੁੰਦੇ ਆ ਉਹ ਹੁੰਦੇ ਆ ਸਪੀਕਰ, ਰਾਈਟ। ਹੁਣ ਉਸ ਤੋਂ ਬਾਅਦ ਗੱਲ ਕਰਦੇ ਆ ਨੈਕਸਟ ਕੁਐਸਚਨ ਦੀ, ਪ੍ਰੋਜੈਕਟ ਮੈਨੇਜਰ ਦਾ ਵਿੱਚ ਜਿਹੜੇ ਪੋਲਿਟੀ ਦੇ ਕੁਐਸਚਨ ਆਇਆ 2016 ਦੇ ਵਿੱਚ, ਉਹਦੇ ਰਿਲੇਟਿਡ ਕੁਐਸਚਨ ਹੈ। ਸੋ 6th ਕੁਐਸਚਨ ਹੈਗਾ ਆ, ਇੰਡੀਆ ਹੈਜ਼ ਅਡੋਪਟਿਡ ਰੂਲ ਆਫ ਲਾਅ ਔਨ ਪੈਟਰਨ ਆਫ। ਸੋ ਇੰਡੀਆ ਨੇ ਜਿਹੜਾ ਰੂਲ ਆਫ ਲਾਅ ਆ ਇਹ ਅਡੋਪਟ ਕੀਤਾ ਸੀਗਾ ਬ੍ਰਿਟੇਨ ਤੋਂ ਵਿਦ ਸਰਟਨ ਮੋਡੀਫਿਕੇਸ਼ਨਸ, ਠੀਕ ਹੈ ਜੀ। ਸੋ ਇਹਦੇ ਵਿੱਚ ਮੇਨਲੀ ਜਿਹੜਾ ਕੌਨਸੈਪਟ ਹੈਗਾ ਰੂਲ ਆਫ ਲਾਅ, ਇਹਦਾ ਮਤਲਬ ਹੈਗਾ ਕਿ ਲਾਅ ਜਿਹੜਾ ਪ੍ਰਵੇਲ ਕਰੇਗਾ, ਕੋਈ ਪਰਟੀਕੂਲਰ ਕੋਈ ਪਾਵਰ, ਕੋਈ ਬੰਦਾ ਜਾਂ ਕੋਈ ਰਿਪਰੈਜ਼ੈਂਟੇਟਿਵ, ਕੋਈ ਨੋਮੀਨੇਟਡ ਰਿਪਰੈਜ਼ੈਂਟੇਟਿਵ ਜਾਂ ਰੂਲਰ, ਉਹਦੀ ਅਥਾਰਟੀ ਨਹੀਂ ਚੱਲੇਗੀ, ਠੀਕ ਹੈ। ਸੋ ਇਟ ਵਿਲ ਬੀ ਦ ਸਟੇਟ ਵਿਲ ਬੀ ਗਵਰਨਡ ਬਾਈ ਰੂਲ ਆਫ ਲਾਅ। ਨੈਕਸਟ ਹੈਗਾ ਸਿਵਲ ਸੁਸਾਇਟੀ ਐਕਸਰਸਾਈਜ਼ਸ। ਸਿਵਲ ਸੁਸਾਇਟੀਜ਼ ਜਿਹੜੀਆਂ ਹੁੰਦੀਆਂ ਨੇ ਇਹ ਬੇਸਿਕਲੀ ਜਿਹੜਾ ਸੋਸ਼ਲ ਪ੍ਰੈਸ਼ਰ ਐਗਜ਼ੀਕਿਊਟ ਕਰਦੀਆਂ ਨੇ। ਸੋ ਇਹ ਸਿਟੀਜ਼ਨਸ ਵਾਸਤੇ, ਗਵਰਨਮੈਂਟ ਵਾਸਤੇ ਵੀ ਇੰਪੋਰਟੈਂਟ ਹੁੰਦੀਆਂ। ਗਵਰਨਮੈਂਟ ਪੋਲਿਸੀਜ਼ ਨੂੰ ਬੜੀ ਕੀਨਲੀ ਅਬਜ਼ਰਵ ਕਰਦੀਆਂ ਨੇ, ਮੋਨੀਟਰ ਕਰਦੀਆਂ ਨੇ, ਠੀਕ ਹੈ, ਔਰ ਗਵਰਨਮੈਂਟ ਤੋਂ ਉਹਨਾਂ ਦੇ ਜੋ ਵੀ ਉਹ ਕੰਮ ਕਰਦੇ ਨੇ ਉਹਦਾ ਜਵਾਬ ਮੰਗਦੀਆਂ ਨੇ, ਠੀਕ ਹੈ। ਸੋ ਦੇ ਇੰਗੇਜ ਇਨ ਐਡਵੋਕੇਸੀ ਐਂਡ ਆਫਰ ਆਲਟਰਨੇਟਿਵ ਪੋਲਿਸੀਜ਼ ਫॉर ਗਵਰਨਮੈਂਟ, ਪ੍ਰਾਈਵੇਟ ਸੈਕਟਰ ਐਂਡ ਅਦਰ ਇੰਸਟੀਟਿਊਸ਼ਨਸ। ਇਹਦੇ ਵਿੱਚ ਕੁਛ ਐਗਜ਼ਾਮਪਲਸ ਮੈਂ ਦਿੱਤੀਆਂ ਹੋਈਆਂ ਆ ਸੋ ਦੈਟ ਯੂ ਕੈਨ ਅੰਡਰਸਟੈਂਡ। ਚਰਚਿਜ਼ ਅਤੇ ਫੇਥ ਬੇਸਡ ਜਿਹੜੀਆਂ ਆਰਗੇਨਾਈਜੇਸ਼ਨਸ ਹੋ ਗਈਆਂ, ਠੀਕ ਹੈ, ਜਾਂ ਫਿਰ ਜਿਵੇਂ ਆਪਣਾ ਔਨਲਾਈਨ ਗਰੁੱਪਸ ਹੋ ਗਏ, ਸੋਸ਼ਲ ਮੀਡੀਆ ਕਮਿਊਨਿਟੀਜ਼ ਅੱਜ ਕੱਲ੍ਹ ਬਹੁਤ ਆ, NGOs ਹੋ ਗਏ, ਠੀਕ ਹੈ, ਨਾਨ ਪ੍ਰੋਫਿਟ ਗਵਰਨਮੈਂਟ ਆਰਗੇਨਾਈਜੇਸ਼ਨਸ ਹੋ ਗਈਆਂ, ਦੈਨ ਕਲੈਕਟਿਵ ਬਾਰਗੇਨਿੰਗ ਗਰੁੱਪਸ ਹੋ ਗਏ, ਯੂਨੀਅਨਸ ਹੋ ਗਈਆਂ, ਇਨੋਵੇਟਰਸ, ਐਂਟਰਪ੍ਰੇਨਿਓਰਸ, ਐਕਟਿਵਿਸਟ, ਕੋਆਪਰੇਟਿਵਸ ਐਂਡ ਕਲੈਕਟਿਵਸ। ਨੈਕਸਟ ਹੈ, ਦ ਪਾਵਰ ਆਫ ਸੁਪਰੀਮ ਕੋਰਟ ਆਫ ਇੰਡੀਆ ਟੂ ਡਿਸਾਈਡ ਡਿਸਪਿਊਟ ਬਿਟਵੀਨ ਦ ਸੈਂਟਰ ਐਂਡ ਦ ਸਟੇਟ ਫਾਲਸ ਅੰਡਰ। ਸੋ ਇਹ ਜਿਹੜਾ ਆ ਇਹ ਓਰੀਜਨਲ ਸੁਪਰੀਮ ਕੋਰਟ ਦੀ ਓਰੀਜਨਲ ਯੂਰਿਸਡਿਕਸ਼ਨ ਦੇ ਵਿੱਚ ਆਉਂਦਾ ਆ, ਠੀਕ ਹੈ। ਅਗਰ ਸੈਂਟਰ ਤੇ ਸਟੇਟ ਦੇ ਵਿੱਚ ਕਿਸੇ ਤਰ੍ਹਾਂ ਦਾ ਡਿਸਪਿਊਟ ਹੁੰਦਾ ਹੈ ਤੇ ਇਹ ਸੁਪਰੀਮ ਕੋਰਟ ਦੀ ਓਰੀਜਨਲ ਯੂਰਿਸਡਿਕਸ਼ਨ ਦੇ ਵਿੱਚ ਆਉਂਦਾ ਹੈ। ਓਰੀਜਨਲ ਯੂਰਿਸਡਿਕਸ਼ਨ ਦਾ ਮਤਲਬ ਹੁੰਦਾ ਆ ਕਿ ਫਸਟ ਇੰਸਟੈਂਸ ਤੇ ਹੀ ਜਿਹੜਾ ਆ ਸੁਪਰੀਮ ਕੋਰਟ ਇਹ ਕੇਸ ਹੇਅਰ ਕਰ ਸਕਦੀ ਹੈ, ਠੀਕ ਹੈ ਜੀ।
सो नैक्सट हैगा आ कॉन्स्टिट्यूशन ऑफ इंडिया वॉज अडोप्टेड बाय कॉन्स्टिट्यूएंट असैंबली ऑन, सो ये अडोप्ट किया गया सी 26 नवंबर 1949। सो कॉन्स्टिट्यूशन ऑफ इंडिया एक्चुअली इट केम इन टू इफैक्ट ऑन 26 जनवरी 1950, ठीक है। सो सिंस 1950 जनवरी 26 जोड़ा है रिपब्लिक डे मनाने, क्योंकि कॉन्स्टिट्यूशन फाइनली जोड़ा है इट केम इन टू अफैक्ट ऑन 26 जनवरी 1950, लेकिन कॉन्स्टिट्यूशन जो अडोप्ट किया गया सी, अडोप्ट किया सी कॉन्स्टिट्यूएंट असैंबली ने 26 नवंबर 1949, ठीक है। सो 26 जनवरी 1930 ਨੂੰ ਕੀ ਹੋਇਆ ਸੀ, ਪੂਰਨ ਸਵਰਾਜ ਡਿਕਲੇਅਰ ਹੋਇਆ ਸੀਗਾ, ਠੀਕ ਹੈ। ਫਾਈਨਲ ਫੇਜ਼ ਸੀਗਾ ਫਰੀडम ਸਟਰਗਲ ਦਾ, ਜਿਹਦੇ ਵਿੱਚ ਮੇਨ ਆਬਜੈਕਟਿਵ ਕੀ ਸੀਗਾ ਕਿ ਬ੍ਰਿਟਿਸ਼ ਰੂਲ ਤੋਂ ਸਾਨੂੰ ਕੰਪਲੀਟ ਇੰਡੀਪੈਂਡੈਂਸ ਚਾਹੀਦੀ ਹੈ। ਸੋ ਇਸ ਕਰਕੇ ਚਾਹੇ ਕਿ ਕੌਂਸਟੀਟਿਊਐਂਟ ਅਸੈਂਬਲੀ ਨੇ ਇਹਨੂੰ ਅਫੀਸ਼ੀਅਲੀ ਅਡੋਪਟ ਕਰ ਲਿਆ ਸੀ 26 ਨਵੰਬਰ 1949 ਨੂੰ, ਬਟ ਇਹਨੂੰ ਜਿਹੜਾ ਆ ਐਗਜ਼ੀਕਿਊਟ ਕਰਨ ਲਈ ਕੁਛ 1-2 ਮਹੀਨੇ ਦਾ ਵੇਟ ਕੀਤਾ ਗਿਆ ਤਾਂ ਕਿ ਜਿਹੜਾ ਇਹ ਡੇ ਸੀਗਾ ਇਹਨੂੰ ਹਿਸਟੋਰੀਕਲ ਬਣਾਇਆ ਜਾਵੇ। ਨੈਕਸਟ ਹੈ setting a Supreme Court at Calcutta was a part of, so a regulating act ਜਿਹੜਾ 1773 ਦਾ ਸੀਗਾ। ਸੋ ਇਹਦੇ ਵਿੱਚ ਸੁਪਰੀਮ ਕੋਰਟ ਆਫ ਜੁਡੀਕੇਚਰ ਐਟ ਫੋਰਟ ਵਿਲੀਅਮਸ ਕੈਲਕਟਾ ਐਸਟੈਬਲਿਸ਼ ਕੀਤੀ ਗਈ ਸੀ, ਜਿਹਦੇ ਵਿੱਚ ਇੱਕ ਚੀਫ ਜਸਟਿਸ ਸੀਗੇ ਤੇ 3 ਜੱਜਿਸ ਸੀਗੇ। Next ਹੈ the plan to transfer of power to Indians and partition of the country was laid down in, so a Mountbatten plan ਜਿਹੜਾ 3rd June plan ਜਿਹਨੂੰ ਆਪਾਂ ਕਹਿੰਦੇ ਆ ਪਾਰਟੀਸ਼ਨ ਪਲਾਨ, ਠੀਕ ਹੈ। 3rd June 1947 ਨੂੰ ਇਹ ਪਲਾਨ ਜਿਹੜਾ ਆ ਉਹ ਲॉर्ड ਮਾਊਂਟਬੈਟਨ ਨੇ ਦਿੱਤਾ ਸੀ। ਨੈਕਸਟ ਹੈ who was the chairman of drafting committee of the constitution of India, so chairman was Dr. B.R. Ambedkar। next है which article is related to equality before law, so the answer is article 14। next है which article is described as heart and soul of the constitution, ਜਿਹੜਾ आर्टिकल 32 है। आर्टिकल 32 हैगा राइट टू कॉन्स्टिट्यूशनल रैमेडीज़, ठीक है जी। अगर किसी ਦੀਆਂ फंडामेंटल राइट्स वायलेट ਹੁੰਦੀਆਂ ਆ ਤੇ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ ਅਪਰੋਚ ਕਰ ਸਕਦਾ ਆ, ठीक है जी। नेक्स्ट हैगा आ what can be the maximum gap between 2 sessions of the parliament in India, so maximum gap ਜਿਹੜਾ ਆ 6 months ਦਾ ਹੋਣਾ ਚਾਹੀਦਾ ਆ। ਨੈਕਸਟ ਹੈ ਦ ਓਥ ਆਫ ਆਫਿਸ ਇਜ਼ ਐਡਮਿਨਿਸਟਰਡ ਟੂ ਗਵਰਨਰ ਬਾਈ, ਸੋ ਗਵਰਨਰ ਨੂੰ ਜਿਹੜਾ ਆ ਸਹੁੰ ਕੌਣ ਚੁਕਾਉਂਦਾ ਆ, ਸੋ ਚੀਫ ਜਸਟਿਸ ਜਿਹੜੇ ਹਾਈ ਕੋਰਟ ਦੇ ਹੁੰਦੇ ਆ ਉਹ ਗਵਰਨਰ ਨੂੰ ਸਹੁੰ ਚੁਕਾਉਂਦੇ ਨੇ। ਨੈਕਸਟ ਹੈ ਰਾਈਟ ਟੂ ਫਾਰਮ ਐਸੋਸੀਏਸ਼ਨ, ਸੋ ਰਾਈਟ ਟੂ ਫਾਰਮ ਐਸੋਸੀਏਸ਼ਨ ਜਿਹੜਾ ਸਿਵਲ ਰਾਈਟ ਹੈ, ਠੀਕ ਹੈ। ਨੈਕਸਟ ਹੈ ਦ ਪਾਵਰ ਟੂ ਇਨਕਰੀਜ਼ ਦਾ ਨੰਬਰ ਆਫ ਜੱਜਿਸ ਆਫ ਸੁਪਰੀਮ ਕੋਰਟ ਆਫ ਇੰਡੀਆ, ਸੋ ਸੁਪਰੀਮ ਕੋਰਟ ਦੇ ਜੱਜਿਸ ਦਾ ਨੰਬਰ ਇਨਕਰੀਜ਼ ਕਰਨ ਦੀ ਜਿਹੜੀ ਪਾਵਰ ਹੈ ਇਟ ਲਾਈਜ਼ ਵਿਦ ਦਾ पार्लियामेंट ऑफ इंडिया, ठीक है जी। नेक्स्ट है विच वन ऑफ द फॉलोइंग इज़ द लार्जेस्ट कमेटी ऑफ पार्लियामेंट, सो कमेटी ऑन एस्टीमेट्स जिहड़ी है ये लार्जेस्ट कमेटी है। नेक्स्ट है विच वन ऑफ द फॉलोइंग स्कैड्यूल्स ऑफ द कॉन्स्टिट्यूशन ऑफ इंडिया कंटेन्स प्रोविजनस रिगार्डिंग एंटी डिफेक्शन, सो ये 10th स्कैड्यूल दे विच जिहड़ा 10th स्कैड्यूल है ये ऐड किया गया सी बेसिकली, ठीक है। सो डिफेक्शन का मतलब की होंगे कि अपनी साइड चेंज कर जानी, जिवें पोलीटिकल पार्टीज़ नॉर्मली करदियां सीगियां, सो उहदे नाल जिहड़ी इनकम्बेंट पार्टी हुंदी सी कोई भी जिहड़ी उस टाइम ते वो बहुत ज़्यादा सफ़र करदी सी। सो इस करके 52nd अमेंडमेंट एक्ट 1985 दे नाल 10th स्कैड्यूल नूं ऐड किया गया, ठीक है, ताकि जिहड़ियां पोलीटिकल डिफेक्शनस है उन्हां नूं अवॉइड किया जा सके। नेक्स्ट है इन द कॉन्स्टिट्यूशन ऑफ इंडिया प्रमोशन ऑफ इंटरनेशनल पीस एंड सिक्योरिटी इज़ इनकलूडिड इन, सो ये डायरैक्टिव प्रिंसीपल ऑफ स्टेट पॉलिसी दे विच जिहड़े आ इनकलूड किया गया है, ठीक है। प्रमोशन ऑफ इंटरनेशनल पीस एंड सिक्योरिटी आर्टिकल 51 ऑफ द कॉन्स्टिट्यूशन states that it directs the state to promote international peace and security and maintain just and honorable relations between the nations, ठीक है जी। सो ये तुहाडा सीगा फर्स्ट लैक्चर, थैंक यू।